ਬੇਅਦਬੀਆਂ ਵਾਲੇ ਜਿਹੜੇ ਆ ਉਹੋ ਜਿਹੇ ਜਿਹੜੀਆਂ ਇਸ਼ੂਜ਼ ਉਹ ਖੜੇ ਹੋਏ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਜਿੰਨਾ ਚਿਰ ਐਕਚੁਅਲੀ ਰੀਅਲ ਬਾਟਮ ਨੂੰ ਫਿਕਸ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਬੇਸਿਕਲੀ ਇਸ਼ੂ ਨੂੰ ਫਿਕਸ ਨਹੀਂ ਕਰ ਸਕਦੇ। ਸੋ ਉਹਦੇ ਤੇ ਬੇਸਿਕਲੀ ਉਹਦੇ ਤੇ ਉਦੋਂ ਮੈਂ ਕਿਹਾ ਸੀਗਾ, ਇਹ ਅਨਫੋਰਚੂਨੇਟ ਹੈਗਾ ਕਿ ਉਹਦੇ ਤੋਂ ਬਾਅਦ ਕਦੀ ਇਹ ਡਿਸਕਸ਼ਨ ਨਹੀਂ ਹੋਈ, ਉਸ ਪਾਸੇ ਨੂੰ ਦੇਖਿਆ ਵੀ ਨਹੀਂ ਗਿਆ। ਉਹਨਾਂ ਨੂੰ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਵੀ ਲੱਗਦਾ ਵੀ ਇਹ ਰੱਦੀ ਦਾ ਹੀ ਕਾਗਜ਼ ਹੈਗਾ। ਸੋ ਲੇਕਿਨ ਅੱਜ ਫਿਰ ਮੈਂ ਇੱਕ ਇਹ ਦੁਬਾਰਾ ਚਿੱਠੀ ਦੇ ਕੇ ਗਿਆ, ਮੈਂ ਕਿਹਾ ਜੀ ਇਹਨੂੰ ਰਿਵਿਊ ਕਰ ਲਓ ਕਿਉਂਕਿ ਮੇਰਾ ਕੰਮ ਤਾਂ ਮੈਂ ਤਾਂ ਪੋਜ਼ਿਟਿਵ ਹੈਗਾ। ਔਰ ਦੂਸਰੀ ਗੱਲ ਇਹ ਹੈ ਕਿ ਇਹ 2017 ਵਾਲੀ ਨਾ ਪਰਸਨੈਲਿਟੀ ਬੇਸ ਇਲੈਕਸ਼ਨ ਸੀ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਈਆਂ ਸੀ। ਕਾਂਗਰਸ ਪਾਰਟੀ ਤਾਂ ਸੀ ਬਟ ਐਟ ਦਾ ਸੇਮ ਟਾਈਮ ਪਰਸਨੈਲਿਟੀ ਬੇਸ ਸੀ। ਤੇ ਉਸ ਪਰਸਨੈਲਿਟੀ ਦੇ ਵਿੱਚ ਤੇ ਹੁਣ ਦੀ ਪਰਸਨੈਲਿਟੀ ਦੇ ਵਿੱਚ ਮੈਂ ਕਿਹਾ ਜੀ ਇਦਾਂ ਕਰੋ, ਤੁਸੀਂ ਸਰਵੇ ਕਰਵਾ ਲਓ, ਬੇਸਿਕਲੀ ਆਪਣਾ ਹੀ ਸਰਵੇ ਕਰਵਾ ਲਓ, ਯੂ ਵਿਲ ਕਮ ਟੂ ਨੋ। ਬਾਕੀ ਤਾਂ ਸਾਰਿਆਂ ਦੀ ਪਰਸਨੈਲਿਟੀ ਨਹੀਂ ਸੀਗੀ ਉਸ ਲੈਵਲ ਦੀ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸੀ। ਤੇ ਤੁਸੀਂ ਕਰਵਾ ਲਓ, ਕਰਵਾ ਕੇ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ ਵੀ ਆਪਾਂ ਕਿੱਥੇ ਖੜੇ ਹੈਗੇ ਆ। ਲੇਕਿਨ ਦੂਜਾ ਇਸ਼ੂ ਇਹ ਹੈਗਾ ਜਿਹੜਾ ਕਿ ਪੋਲੀਟੀਕਲ ਨਹੀਂ ਹੈਗਾ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ ਦਾ ਕਤਲ ਹੋਇਆ, ਜਿਹੜੇ ਲੋਕੀ ਮਰੇ, ਜਿਹੜੀ ਉਹ ਬੇਸਿਕਲੀ ਡਿਲੀਵਰ ਅਕਾਲੀ ਦਲ ਵੀ ਨਹੀਂ ਕਰ ਸਕਿਆ, ਆਲਦੋ ਇਟ ਵਾਜ਼ ਹੈਪਨਡ ਇਨ देयर ਰੂਲ। ਲੇਕਿਨ ਅੱਜ ਅਸੀਂ ਵੀ 4 ਸਾਲ ਹੋ ਗਏ ਆ, ਕਿਉਂਕਿ ਅਸੀਂ ਉਦੋਂ ਇਹ ਗੱਲ ਕਹੀ ਸੀ ਵੀ ਹਾਂ ਵੀ ਅਸੀਂ ਆ ਕਰਾਂਗੇ, ਤੇ ਉਹਦੇ ਤੇ ਕਿਤੇ ਨਾ ਕਿਤੇ ਅਸੀਂ ਹਜੇ ਬਹੁਤਾ ਜ਼ਿਆਦਾ ਡਿਲੀਵਰ ਨਹੀਂ ਕਰ ਸਕੇ। ਤੇ ਇਹਨੂੰ ਸਾਨੂੰ ਬੇਸਿਕਲੀ ਡਿਲੀਵਰ ਕਰਨ ਦੀ ਜ਼ਰੂਰਤ ਆ। ਜੇ ਇਹਦੇ ਤੇ ਹੀ ਸਵਾ ਸਾਲ ਪਹਿਲਾਂ ਕੰਮ ਹੋਇਆ ਹੁੰਦਾ ਤੇ ਮੈਂ ਸ਼ਾਇਦ ਅੱਜ ਇਹ ਚਿੱਠੀ ਵੀ ਨਾ ਲਿਜਾਂਦਾ, ਸ਼ਾਇਦ ਆਪਾਂ ਇਦਾਂ ਦੀਆਂ ਗੱਲਾਂ ਵੀ ਨਾ ਕਰਦੇ। ਕਿਉਂਕਿ ਮੈਂ ਤਾਂ ਬੇਸਿਕਲੀ ਦੇਖੋ ਮੀਡੀਆ 'ਚ ਬਹੁਤ ਘੱਟ ਆਉਣਾ, ਬਟ ਜਦੋਂ ਜਿਹੜੀ ਗੱਲ ਲੌਜੀਕਲ ਹੈਗੀ ਆ, ਜਿਹੜੀ ਗੱਲ ਕਹਿਣ ਵਾਲੀ ਆ, ਉਹ ਮੈਂ ਤੋੜ ਮਰੋੜ ਕੇ ਕਿਸ ਪਾਸੇ ਲੈ ਜਾਇਆ ਗਿਆ? ਕਿਆ ਮਨਸ਼ਾ ਸੀ ਕਿ ਹਾਂ ਵਾਕਈ ਜਸਟਿਸ ਡਿਲੀਵਰ ਕਰਵਾਉਣਾ ਹੈ? ਦੇਖੋ ਮੈਂ ਤਾਂ ਇਹ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਤੁਸੀਂ ਜਿਹੜੀ ਫੈਕਚੁਅਲ ਪੋਜੀਸ਼ਨ ਹੈਗੀ ਐਕਚੁਅਲ ਲੈਵਲ ਦੀ, ਤੁਹਾਨੂੰ ਉਹਨੂੰ ਫਿਕਸ ਕਰਨ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਜਦੋਂ ਤੁਸੀਂ ਕਿਤੇ ਵੀ ਇਹਨੂੰ ਡੇਵੀਏਟ ਕਰੋਗੇ ਤਾਂ ਉਹਦੇ ਵਿੱਚ ਸਮੱਸਿਆਵਾਂ ਆਉਣਗੀਆਂ। ਸਟੇਟ ਦਾ ਕੰਮ ਦੇਖੋ, ਇਨਵੈਸਟੀਗੇਸ਼ਨ ਕਦੀ ਵੀ ਕਿਸੇ ਨੂੰ ਸੈਟੀਸਫਾਈ ਨਹੀਂ ਕਰਦੀ ਕਿਉਂਕਿ ਉਹਦੇ ਵਿੱਚ ਦੋ ਪਾਰਟੀਆਂ ਹੁੰਦੀਆਂ। ਬਟ ਐਟ ਦਾ ਸੇਮ ਟਾਈਮ ਸਾਨੂੰ ਉਸ ਲੈਵਲ ਤੱਕ ਪ੍ਰੋਫੈਸ਼ਨਲਿਜ਼ਮ ਯੂਜ਼ ਕਰਨਾ ਚਾਹੀਦਾ ਵੀ ਹਾਂ ਵੀ ਐਕਚੁਅਲ ਗੱਲ ਆ ਹੈਗੀ ਆ, ਇਹਦੇ ਵਿੱਚ ਇਹਦੇ ਤੇ ਆਹ ਕ੍ਰਾਈਮ ਕੀਤਾ ਆ ਤੇ ਇਸ ਕ੍ਰਾਈਮ ਦੀ ਧਾਰਾ ਆ ਬਣਦੀ ਹੈਗੀ ਆ ਤੇ ਇਸ ਬੰਦੇ ਨੂੰ ਜਿਹੜਾ ਆ ਇਹਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੀ ਬੇਸਿਕਲੀ ਸਟੇਟ ਦੀ ਜ਼ਿੰਮੇਵਾਰੀ ਆ, ਬੇਸਿਕਲੀ ਹੋਮ ਮਿਨਿਸਟਰ ਦੀ ਜ਼ਿੰਮੇਵਾਰੀ ਆ। ਕਿਉਂਕਿ ਐਂਡ ਆਫ ਦਾ ਡੇ ਆਨਸਰੇਬਲ ਇਜ਼ ਏ ਪਬਲਿਕ ਰਿਪਰੈਜ਼ੈਂਟੇਟਿਵ, ਉਹਦੇ ਥੱਲੇ ਹੀ ਬਿਊਰੋਕ੍ਰੇਸੀ ਕੰਮ ਕਰਦੀ ਆ। ਔਰ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਹੁੰਦੀਆਂ, ਔਰ ਕਿਉਂਕਿ ਸਿੱਟ ਜਿਹੜੀ ਉਹ ਸੀਗੀ ਉਹ ਤਾਂ ਬੇਸਿਕਲੀ 3 ਮਹੀਨਿਆਂ 'ਚ ਹੀ ਖਿਲਰ ਗਈ ਸੀ। ਸੋ ਲੇਕਿਨ ਉਹਨੂੰ ਫਿਕਸ ਵੀ ਤਾਂ ਕਰਨ ਦੀ, ਰੀਫਿਕਸ ਕਰਨ ਦੀ ਜ਼ਰੂਰਤ ਸੀ ਨਾ। ਬੇਸਿਕਲੀ ਉਹਨਾਂ ਨੂੰ ਬਿਠਾ ਕੇ ਵੀ ਹਾਂ ਵੀ ਵਟ ਇਜ਼ ਦਾ ਪ੍ਰੋਬਲਮ, ਐਂਡ ਕਿਸੇ ਦਾ ਡਿਫਰੈਂਸ ਆਫ ਓਪੀਨੀਅਨ ਹੋਣਾ ਇੱਕ ਗੱਲ ਹੈ, ਬਟ ਉਹਦੇ ਵਿੱਚ ਹੀ ਨਹੀਂ ਰਹਿਣਾ, ਉਹ ਇੱਕ ਗੱਲ ਹੈਗੀ ਆ। ਐਂਡ ਉਹਦੇ ਜਿਹੜੇ ਇਫੈਕਟਸ ਹੈਗੇ ਆ ਕੇਸ ਤੇ, ਓਬਵੀਅਸਲੀ ਕਿਉਂਕਿ ਜੱਜਮੈਂਟ ਦੇ ਵਿੱਚ ਕਈ ਚੀਜ਼ਾਂ ਵੈਸੇ ਜਿਹੜੀਆਂ ਪ੍ਰੇਅਰ ਵੀ ਨਹੀਂ ਹੋਈਆਂ ਸੀ ਉਹ ਵੀ ਬੇਸਿਕਲੀ ਜੱਜਮੈਂਟ ਦੇ ਵਿੱਚ ਲਿਖੀਆਂ ਗਈਆਂ। ਬਟ ਉਹਦੇ ਵਿੱਚ ਤਾਂ ਜਿਹੜੇ ਲੀਗਲ ਇਸ਼ੂਜ਼ ਹੈਗੇ ਆ ਉਹ ਚਲੋ ਲੀਗਲ ਬੰਦੇ ਦੇਖਣਗੇ। ਬਟ ਐਟ ਦਾ ਸੇਮ ਟਾਈਮ ਜਿਹੜੀ ਪ੍ਰੇਅਰ ਕੀਤੀ ਗਈ ਸੀ ਉਹਦੇ ਵਿੱਚ ਕਈ ਲਕੂਨੇ ਵੀ ਡੈਫੀਨੇਟਲੀ ਠੀਕ ਆ। ਲੇਕਿਨ ਉਹਦੇ ਵਿੱਚ ਸਾਡਾ ਲਾਅ ਡਿਪਾਰਟਮੈਂਟ ਵੀ ਆ, ਉਹਦੀ ਵੈਟਿੰਗ ਹੁੰਦੀ ਆ, ਉਹਨੂੰ ਬੇਸਿਕਲੀ ਹਰ ਲੀਗਲ ਐਂਗਲ ਤੋਂ ਦੇਖਿਆ ਜਾਂਦਾ। ਅੱਛਾ, ਉਹ ਬੇਸਿਕਲੀ ਸਾਰਾ ਕੁਝ ਕਿਤੇ ਨਾ ਕਿਤੇ ਮੈਨੂੰ ਮਿਸ ਹੋਇਆ ਵਿੱਚੋਂ ਲੱਗਦਾ ਸੀ। ਜੋ ਮਿਸ ਹੋਇਆ ਸੀ ਤਾਂ ਹੀ ਇਸੇ ਕਰਕੇ ਮਿਸ ਫਾਇਰ ਹੋਇਆ। ਪ੍ਰਗਟ ਜੀ, ਮਿਸ ਹੋਇਆ ਜਾਂ ਮਿਸ ਕਰਵਾਇਆ ਗਿਆ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 3 ਮਹੀਨੇ ਦੇ ਵਿੱਚ ਹੀ ਐਸਆਈਟੀ ਖਿਲਰ ਗਈ ਸੀ। ਅਗਰ 3 ਮਹੀਨੇ ਦੇ ਵਿੱਚ ਐਸਆਈਟੀ ਖਿਲਰ ਗਈ ਸੀ ਤੇ ਉਸ ਤੋਂ ਬਾਅਦ ਇੰਨੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਦਾ ਪ੍ਰੋਪੋਗੰਡਾ ਗੜਿਆ ਗਿਆ, ਜਿਸ ਦੇ ਵਿੱਚ ਬਾਰ-ਬਾਰ ਇੰਟਰਵਿਊਜ਼ ਵੀ ਬਾਰ-ਬਾਰ ਨਿਕਲ ਕੇ ਸਾਹਮਣੇ ਆਈਆਂ, ਉਸ ਦੇ ਵਿੱਚ ਕੌਣ ਜ਼ਿੰਮੇਦਾਰ ਹੈ? ਕਿਆ ਮੌਕਾ ਮਿਲ ਗਿਆ ਸੀ ਸਰਕਾਰ ਨੂੰ ਕਿ ਹਾਂ ਸਾਬਕਾ ਸਰਕਾਰ ਦੇ ਉੱਪਰ ਰਾਜਨੀਤੀ ਕੀਤੀ ਜਾਏ? ਬਾਰ-ਬਾਰ ਇਸ ਅਫਸਰ ਨੂੰ ਅੱਗੇ ਕਰਕੇ ਪ੍ਰੈਸ ਕਾਨਫਰੰਸਾਂ ਕਰਾਈਆਂ ਜਾ ਰਹੀਆਂ ਸੀ ਕਿ ਅੱਜ ਆਹ ਸਬੂਤ ਲਿਆਵਾਂਗੇ, ਅੱਜ ਉਹ ਸਬੂਤ ਲਿਆਵਾਂਗੇ, ਜਦਕਿ ਜਸਟਿਸ ਕਹਿੰਦੇ ਨਜ਼ਰ ਆਏ ਨੇ ਕਿ ਇਹਨਾਂ ਨੇ ਕਿਹਾ ਕਿ 2 ਸਾਲ ਉਹ ਕਹਿੰਦੇ ਰਹੇ ਕਿ ਆਪਾਂ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਇਨਵੈਸਟੀਗੇਸ਼ਨ ਕਰ ਰਹੇ ਹਾਂ, ਲੇਕਿਨ 2 ਸਾਲ ਦੇ ਵਿੱਚ ਇੱਕ ਵੀ ਸਬੂਤ ਉਹ ਪੇਸ਼ ਨਹੀਂ ਕਰ ਪਾਏ। ਮੈਂ ਇਸ ਗੱਲ ਨਾਲ, ਦੇਖੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ, ਬਟ ਐਟ ਦਾ ਸੇਮ ਟਾਈਮ ਇਹ ਆਨਸਰ ਜਿਹੜਾ ਆ ਇਹ ਤਾਂ ਹੋਮ ਮਿਨਿਸਟਰ ਦੇ ਸਕਦੇ ਆ, ਮੈਂ ਨਹੀਂ ਦੇ ਸਕਦਾ। ਕਿਉਂਕਿ ਅਲਟੀਮੇਟਲੀ ਤਾਂ ਫਾਈਲ ਜੇ ਕਿਤੇ ਗਈ ਹੋਊਗੀ, ਜੇ ਕਿਤੇ ਡਿਸਕਸ਼ਨ ਹੋਈ ਹੋਊਗੀ ਤਾਂ ਉਹਨਾਂ ਨਾਲ ਹੋਈ ਹੋਊਗੀ, ਸਾਡੇ ਨਾਲ ਤੇ ਡਿਸਕਸ਼ਨ ਨਹੀਂ ਹੁੰਦੀ। ਬਟ ਐਟ ਦਾ ਸੇਮ ਟਾਈਮ ਮੈਂ ਫਿਰ ਉਹੀ ਗੱਲ ਕਹਿਣਾ, ਮੈਂ ਕਹਿੰਦਾ ਕਿਸੇ ਨੂੰ ਵੀ ਇਹਦੇ ਵਿੱਚ ਦੇਖੋ ਜਿਹੜਾ ਜਸਟਿਸ ਆ ਉਸ ਬੰਦੇ ਨੂੰ ਮਿਲਣਾ ਚਾਹੀਦਾ ਜਿਹੜਾ ਐਕਚੁਅਲ ਅਗਰੀਵਡ ਹੈ।
ਤੇ ਉਸ ਜਸਟਿਸ ਦੇ ਵਿੱਚ ਜਿਹੜਾ ਵੀ ਆਵੇ, ਚਾਹੇ ਜਿਹੜੀ ਮਰਜ਼ੀ ਪੋਸਟ ਦਾ ਹੋਵੇ, ਤੇ ਮੈਨੂੰ ਲੱਗਦਾ ਉਹਨੂੰ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਕੋਰਟ ਤੱਕ ਲੈ ਕੇ ਜਾਣਾ ਚਾਹੀਦਾ। ਤੁਸੀਂ ਜਵਾਬਦੇਹੀ ਉਹਨਾਂ ਦੀ ਫਿਕਸ ਕਰਦੇ ਹੋਏ ਨਜ਼ਰ ਆ ਰਹੇ ਹੋ ਕਿ ਕੈਪਟਨ ਨੂੰ ਘੱਟੋ ਘੱਟ ਜਵਾਬਦੇਹੀ ਫਿਕਸ ਕਰਨੀ ਚਾਹੀਦੀ ਸੀ, ਲੇਕਿਨ ਤੁਸੀਂ ਕੀ ਮੰਨਦੇ ਹੋ, ਤੁਹਾਡੀ ਸਰਕਾਰ ਲਈ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਣਾ ਜ਼ਿਆਦਾ ਜ਼ਰੂਰੀ ਸੀ ਜਾਂ ਗੋਲੀकांड ਮਾਮਲੇ ਦੇ ਵਿੱਚ? ਨਹੀਂ ਦੇਖੋ, ਹਰ ਇਸ਼ੂ ਜਿਹੜਾ ਆ, ਚਾਹੇ ਉਹ ਗੋਲੀकांड ਹੋਵੇ, ਚਾਹੇ ਦੇਖੋ ਬੇਅਦਬੀਆਂ ਦਾ ਬਹੁਤ ਸੈਂਸਿਟਿਵ ਇਸ਼ੂ ਆ, ਕਿਉਂਕਿ ਉਹਨੂੰ ਬੇਸਿਕਲੀ ਕਦੀ ਵੀ ਜਿਹੜਾ ਆ ਉਹ ਅੱਖੋਂ ਪਰੋਖੇ ਕੀਤਾ ਹੀ ਨਹੀਂ ਜਾ ਸਕਦਾ। ਬਟ ਐਟ ਦਾ ਸੇਮ ਟਾਈਮ ਮੈਂ ਤਾਂ ਕਹਿੰਦਾ ਜੇ ਕ੍ਰਾਈਮ ਭਾਵੇਂ ਛੋਟਾ ਵੀ ਹੋਵੇ, ਲੇਕਿਨ ਜਿਹਦੇ ਅਗੇਂਸਟ ਕ੍ਰਾਈਮ ਹੋਇਆ ਉਹਨੂੰ ਜਸਟਿਸ ਤਾਂ ਮਿਲਣਾ ਚਾਹੀਦਾ। ਦੈਟ ਇਜ਼ ਦਾ ਡਿਊਟੀ ਆਫ ਦਾ ਸਟੇਟ। ਕਿਉਂਕਿ ਅਕਾਲੀ ਦਲ ਜਿਹੜਾ ਬੇਸਿਕਲੀ ਜਿਹਦੀ ਬਾਡੀ ਲੈਂਗੁਏਜ ਐਂ ਲੱਗਦੀ ਹੈ ਵੀ ਸ਼ਾਇਦ ਉਹ ਬੜੇ ਖੁਸ਼ ਨਜ਼ਰ ਆ ਰਿਹਾ, ਇਹਦੇ ਵਿੱਚ ਖੁਸ਼ੀ ਮਨਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ। ਇਹਦੇ ਵਿੱਚ ਤਾਂ ਬੇਸਿਕਲੀ ਉਦੋਂ ਬੇਅਦਬੀਆਂ ਹੋਈਆਂ ਔਰ ਸਾਡੇ ਗੁਰੂ ਨਾਲ ਹੋਈਆਂ, ਇਸ ਕਰਕੇ ਬੇਸਿਕਲੀ